Good morning everyone. Myself Kajol from Brain Maker Coaching Classes. ਅੱਜ ਤੁਹਾਨੂੰ ਪਤਾ ਜਿਵੇਂ ਸਾਡੇ ਕਲਾਸਿਸ ਕਿਹਦੇ ਰਿਲੇਟਡ ਚੱਲ ਰਹੀਆਂ ਪੀਟੈਟ ਤੇ ਸੀਟੈਟ ਦੇ ਐਗਜ਼ਾਮਸ ਲਈ ਹੈ ਪੈਡਾਗੋਜੀ ਦੇ ਸਾਇੰਸ ਦਾ ਕੁਐਸਚਨਸ ਚੱਲ ਰਿਹਾ ਆਪਣਾ ਤੇ ਇਹਦੇ ਵਿੱਚ ਇਹ ਵੀਡੀਓ ਦਾ ਚੈਪਟਰ ਨੰਬਰ ਕਿਹੜਾ ਹੈ 5th ਚੈਪਟਰ ਨੰਬਰ ਹੈ ਆਪਣਾ ਇਹਦੇ ਸਾਇੰਸ ਦਾ ਜਿਹੜਾ ਪੈਡਾਗੋਜੀ ਦੇ ਟੌਪਿਕਸ ਹੈ ਉਹ ਕੀ ਹੈ ਸਾਇੰਸ related problems teaching in science in classrooms like your topic name is problems related to science in classroom or teaching science or teaching science. Okay guys, this is your chapter name. Okay, if you like the video, please like and subscribe the channel. Okay, let me start the lesson. ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਆਪਣੀ ਕਲਾਸ ਦੇ ਵਿੱਚ ਆਲਮੋਸਟ ਕਿੰਨੇ ਸਟੂਡੈਂਟਸ ਹੁੰਦੇ 80 50 ਜੇ ਵਧੀਆ ਸਕੂਲ ਹੈ ਤਾਂ ਮੋਸਟਲੀ ਮੈਨੂੰ ਲੱਗਦਾ 80 ਦਾ ਸਟੂਡੈਂਟਸ ਪੋਸੀਬਿਲਿਟੀ ਹੁੰਦੇ ਹੀ ਹੁੰਦੇ ਆ ਹਰ ਕਲਾਸ ਦੇ ਵਿੱਚ ਬਟ ਤੁਸੀਂ ਦੇਖਦੇ ਹੋਵੋਗੇ ਜਦੋਂ ਆਪਾਂ ਸਾਇੰਸ ਕਰਾਉਂਦੇ ਆ ਟੀਚਰਸ ਐਕਸਪੈਰੀਮੈਂਟ ਕਰਾਉਂਦੇ ਆ ਜਿਹੜੇ ਤਾਂ ਬੱਚੇ ਅੱਗੇ ਬੈਠੇ ਜਾਂ ਜਿਹੜੇ ਬੱਚੇ ਐਕਟਿਵ ਹੈ ਉਹਨਾਂ ਨੂੰ ਸਮਝ ਆ ਜਾਂਦਾ ਹੈ ਜਿਹੜੇ ਬੱਚੇ ਲਾਸਟ ਤੇ ਜਿਨ੍ਹਾਂ ਨੂੰ ਸਾਇੰਸ ਵਿੱਚ ਬਿਲਕੁਲ ਵੀ ਇੰਟਰਸਟ ਨਹੀਂ ਹੈ ਤਾਂ ਉਹ ਬੱਚੇ ਨਹੀਂ ਸਮਝ ਸਕਦੇ ਇਹ ਕੀ ਹੁੰਦੇ ਆਪਣੇ ਪ੍ਰੋਬਲਮਸ ਕ੍ਰੀਏਟਡ ਹੁੰਦੀਆਂ ਇਹ ਬਹੁਤ ਸਾਰੇ ਐਕਸਪੈਰੀਮੈਂਟਸ ਲਗਾ ਲਓ ਜਾਂ ਜਿਵੇਂ ਚੈਪਟਰਸ ਹੈ 18 ਕਲਾਸ 80 ਸਟੂਡੈਂਟਸ ਦੀ ਆਪਣੀ ਬੱਚਿਆਂ ਦੀ ਕਲਾਸ ਲੱਗ ਰਹੀ ਹੈ ਤਾਂ ਤੁਹਾਨੂੰ ਇੱਕ ਟੌਪਿਕ ਮੈਮ ਨੇ ਕਿਹਾ ਕਿ ਚਲੋ ਠੀਕ ਹੈ ਅੱਜ ਤੁਹਾਡਾ ਔਰਲ ਟੈਸਟ ਹੋਏਗਾ ਇਟ ਇਜ਼ ਪੋਸੀਬਲ ਟੂ ਟੇਕ ਆਲ ਦ ਸਟੂਡੈਂਟ ਟੈਸਟ ਨੋ ਇਟ ਇਜ਼ ਨਾਟ ਪੋਸੀਬਲ ਤੁਸੀਂ ਹਰ ਇੱਕ ਬੱਚੇ ਦਾ ਟੈਸਟ ਨਹੀਂ ਲੈ ਸਕਦੇ ਜੇ ਤੁਸੀਂ ਲੈ ਵੀ ਰਹੇ ਹੋ ਠੀਕ ਹੈ ਫਰਸਟ ਕੁਐਸਚਨ ਹੋਏਗਾ ਸੈਕੰਡ ਕੁਐਸਚਨ ਉਹੀ ਕੁਐਸਚਨਸ ਰਿਪੀਟ ਹੋਣਗੇ ਇਹਦੇ ਬੈਨੀਫਿਟਸ ਵੀ ਹੈ ਬਟ ਇਹਦੇ ਹਾਰਮਫੁਲ ਇਫੈਕਟਸ ਵੀ ਹੈ ਬਹੁਤ ਜ਼ਿਆਦਾ like I give you more example like if you are doing any activity like divided class मतलब कोई भी activity कर रहे हो ਤਾਂ ਉਦੋਂ ਕੀ ਹੋਏਗਾ ਤਾਂ ਟੀਚਰ ਕਹੇਗੀ ਚਲੋ ਇੱਕ ਬੱਚਾ ਬੈਲੂਨ ਫਲੋ ਕਰੋ ਇਹਦੇ ਇੱਕ ਬੱਚਾ ਇਹ ਕਰੋ ਇੱਕ ਬੱਚਾ ਇਹ ਕਰੋ ਮਤਲਬ ਕਿ 5-6 ਸਟੂਡੈਂਟਸ ਕਰ ਸਕਦੇ ਹੋ ਨੋ ਪ੍ਰੋਬਲਮ 10 ਕਰ ਲਓਗੇ 20 ਕਰ ਲਓਗੇ ਰਿਪੀਟ ਕਾਸਟ ਬਟ ਤੁਸੀਂ 80 ਸਟੂਡੈਂਟਸ ਕਰ ਸਕਦੇ ਹੋ ਨੋ ਇਸੇ ਦੇ ਰਿਲੇਟਡ ਆਪਣੀ ਸਾਇੰਸ ਦੇ ਵਿੱਚ ਇੱਕ ਚੈਪਟਰ ਬਣਾਇਆ ਗਿਆ ਕਿ ਪ੍ਰੋਬਲਮਸ ਕਿਹੜੀ ਆਉਂਦੀਆਂ ਟੀਚਰਸ ਨੂੰ ਜਦੋਂ ਉਹ ਕਲਾਸ ਦੇ ਵਿੱਚ ਸਾਇੰਸ ਪੜ੍ਹਾਉਂਦੇ ਸਾਇੰਸ ਇੱਕ ਆਪਣਾ ਮੇਨ ਸਬਜੈਕਟ ਹੈ ਆਪਣੇ ਨੂੰ ਫਰਸਟ ਤੋਂ ਲੈ ਕੇ 10th ਤੱਕ +1 +2 ਤੱਕ ਤੁਹਾਡੇ ਚਲੋ ਆਪਸ਼ਨਲ ਹੈ ਬਟ ਫਰਸਟ ਤੋਂ ਲੈ ਕੇ 10th ਤੱਕ ਹਰ ਬੱਚੇ ਨੂੰ ਸਾਇੰਸ ਹੁੰਦੀ ਹੈ ਇਨ ਦਾ ਫਾਰਮ ਆਫ EVS ਆਲਸੋ ਜਿਵੇਂ ਛੋਟੇ ਹੁੰਦੇ ਤੁਹਾਨੂੰ ਕੀ ਲੱਗਦੀ ਹੈ EVS ਫਿਰ ਸਾਇੰਸ ਬਾਇਓ ਫਿਜ਼ਿਕਸ ਕੈਮਿਸਟਰੀ ਇਟ ਇਜ਼ ਡਿਵਾਈਡਡ ਔਨ ਆਲ ਕੁਐਸਚਨਸ ਉਸੇ ਤਰ੍ਹਾਂ ਕੀ ਹੁੰਦਾ ਸਾਇੰਸ ਕੀ ਹੁੰਦਾ ਅਲੱਗ-ਅਲੱਗ ਤਰ੍ਹਾਂ ਦੀ ਡਿਵਾਈਡ ਹੁੰਦਾ ਰਹਿੰਦਾ ਬਟ ਸਾਇੰਸ ਕੀ ਆਪਣੀ ਬਹੁਤ ਇੰਪੋਰਟੈਂਟ ਹੈ ਆਪਣੇ ਡੇਲੀ ਲਾਈਫ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਸਾਇੰਸ ਯੂਜ਼ ਕਰ ਰਹੇ ਹਾਂ ਫॉर एग्जांपल ਮੋਸ਼ਨ ਬਹੁਤ ਇੰਪੋਰਟੈਂਟ ਫਿਜ਼ਿਕਸ ਦਾ ਚੈਪਟਰ ਹੈ ਮਤਲਬ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚੇਂਜ ਕਰਨਾ ਪੋਜੀਸ਼ਨਸ ਟੂ ਵਰਕ ਮੋਸ਼ਨ ਵਰਕ ਡਨ ਡੈਫੀਨੇਸ਼ਨਸ ਤੁਸੀਂ ਬਹੁਤ ਨਾਰਮਲੀ ਸਾਰਿਆਂ ਨੇ ਸੁਣਿਆ ਹੋਣਾ ਓਕੇ ਹੁੰਦਾ ਇੱਕ ਕੁਐਸਚਨ ਸਾਇੰਸ ਦਾ ਹੁਣ ਬਾਇਓ ਦਾ ਕੁਐਸਚਨ ਲਿੱਤਾ ਹੋਵੇ ਤਾਂ ਆਪਣੀ ਬਾਡੀ ਦੇ ਪਾਰਟਸ ਕਿੰਨੇ ਆਪਣੀ ਬਾਡੀ ਕਿਵੇਂ ਕਿਹੜੀ ਕੰਮ ਕਰ ਰਹੀ ਹੈ ਦੈਟ ਇਜ਼ ਕਾਲਡ ਬਾਇਓਲੋਜੀ it is also portion of science now chemistry ਹੁਣ ਤੁਸੀਂ ਕੋਈ ਵੀ ਰਿਐਕਸ਼ਨਸ ਕਰ ਰਹੇ ਹੋ ਜਿਵੇਂ ਆਇਰਨ ਦੀ ਲਗਾ ਲਓ ਰਸਟ ਕਰ ਗਿਆ ਜਿਵੇਂ ਆਪਣੇ ਨੇਲ ਹੁੰਦੇ ਆਪਣੇ ਘਰੇ ਮੇਖਾਂ ਜ਼ਰੂਰ ਲੱਗੀਆਂ ਹੁੰਦੀਆਂ ਹਰ ਦੇ ਘਰੇ ਠੀਕ ਹੈ ਹੁਣ ਜਰ ਲੱਗ ਗਿਆ ਜਾਂ ਕੋਈ ਲੋਹੇ ਵਾਲੀ ਸਿਲੰਡਰ ਹੈ ਸਿਲੰਡਰ ਦੇ ਨੀਚੇ ਤੁਸੀਂ ਹਟਾ ਕੇ ਦੇਖੋਗੇ ਦਾਗ ਪੈ ਜਾਂਦਾ ਫਰਸ਼ ਤੇ ਹਨਾ ਤਾਂ ਉਹ ਕੀ ਹੈ ਸਾਰਾ ਉਹਦੇ ਨਾਲ ਤੁਸੀਂ ਕਿਹੜਾ ਯੂਜ਼ ਕਰਦੇ ਹੋ ਪ੍ਰੋਡਕਟਸ ਕਿ ਉਹਨੂੰ ਰਿਮੂਵ ਹੋਵੇ ਬਟ ਉਹਦੇ ਵਿੱਚ ਹੁੰਦਾ ਕੀ ਹੈ ਕੈਮਿਸਟਰੀ ਅਲੱਗ-ਅਲੱਗ ਤਰ੍ਹਾਂ ਦੇ ਐਸਿਡਸ ਹੁੰਦੇ ਆ ਮਤਲਬ ਕਿ ਕੈਮੀਕਲਸ ਹੁੰਦੇ ਆ ਜਿਹੜੇ ਕਿ ਰਿਐਕਟ ਕਰਕੇ ਉਹ ਕੰਮ ਹੁੰਦਾ ਇਟ ਇਜ਼ ਆਲਸੋ ਪੋਰਸ਼ਨ ਆਫ ਸਾਇੰਸ ਬਟ ਜੇ ਹੁਣ ਤੁਸੀਂ ਦੇਖਿਆ ਤਾਂ ਸਾਇੰਸ ਆਪਣੀ ਲਾਈਫ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸਬਜੈਕਟ ਹੈ ਈਵਨ ਕਿ ਤੁਸੀਂ ਡੈਥ ਫਾਰਮ ਤੱਕ ਵੀ ਆਪਣੇ ਸਾਇੰਸ ਹੀ ਹੈਲਪ ਕਰਦੀ ਹੈ ਡਾਕਟਰ ਕੋਲ ਜਾਣੇ ਹੋ ਮੈਡੀਕਲ ਵਾਲੇ ਬੱਚੇ ਹੁੰਦੇ ਆ ਉਹਨਾਂ ਨੂੰ ਕੀ ਪੜ੍ਹਨਾ ਪੈਂਦਾ ਸਾਇੰਸ ਨਾਨ ਮੈਡੀਕਲ ਇੰਜੀਨੀਅਰਿੰਗ ਵਾਲਿਆਂ ਕੋਲ ਜਾਣੇ ਉਹਨਾਂ ਕੋਲ ਵੀ ਸਾਇੰਸ ਹੀ ਪੜ੍ਹਨੀ ਪੈਂਦੀ ਹੈ ਠੀਕ ਹੈ एक ही क्वेश्चंस है साइंस की एक बहुत इंपॉर्टेंट फील्ड है बट जो 10th तक बच्चे होंगे हैं ਹੁਣ ਉਹਨਾਂ ਨੂੰ ਜੇ ਤੁਸੀਂ ਸਾਇੰਸ ਦੇ ਵਿੱਚ ਟੀਚਰਸ ਕੀ ਕਰਦੇ ਆ ਬਹੁਤ ਐਫਰਟਸ ਲਗਾਉਂਦੇ ਨੋ ਡਾਊਟ
अलग सब्जैक्ट्स दिते जाते हैं, उन्होंने खुद को इंटरस्ट नहीं होंदा तो इंटरस्ट क्रिएट नहीं कर सकते। जे करवा भी देंगे है तो चलो एक्टिविटीज़ वो कंप्लीट नहीं करा सकते, क्योंकि 30 मिनट्स ਦੇ ਵਿੱਚ ਤੁਸੀਂ या तो पढ़ा सकते हो या एक्टिविटी कंप्लीट करवा सकते हो। ये नहीं है कि तुसी 30 मिनट्स ਦੇ ਵਿੱਚ दोनों चीज़ां कर लो, नो इट इज़ नॉट पॉसिबल एज वी ऑल्सो नो। अपने टीचर्स किन्ने भी एफर्ट्स कर लैन बट फिर भी कई बार की हो जाता कमियां रह जांदियां, तो उसी कारण की हुंदा है कई बच्चों को साइंस का इन्ना टफ सब्जेक्ट लगता है तो वो सोचते कि साइंस तो बिल्कुल बहुत टफ है, असीं नहीं कर सकते, इट्स वेरी डिफिकल्ट। क्यों? क्योंकि जे तुसी बच्चे को मोशन दी एग्जांपल समझानी है तो उन्होंने तुसी मोशन ही कहोगे ठीक है जी बेटा मोशन इज दिस, डेफिनेशन रीड कर दोगे नो। जे तुसी उन्हें एक्टिविटी करके दिखाओगे तो मोशन मे बी पॉसिबिलिटी उन्होंने समझ आ जाएगा। नाउ एग्जांपल ले लो फोटोसिंथेसिस का। फोटोसिंथेसिस तुसी डेफिनेशन कर दी भाई ठीक है, एक सन से आती है लाइट आती है, लीफ को मतलब कि उसको प्लांट्स को मिलता है वो फूल जाता है, दैट्स कॉल्ड फोटोसिंथेसिस। एक डेफिनेशंस नो। जे वही टीचर्स तानु पोर्ट लेके दिखावे उन्हें मतलब कि दिखावे तो ठीक है वो तानु ज्यादा बेटरली समझ आएगा, क्योंकि साइंस ਜਿਹੜੀ ਹੈਗੀ है रिलेटेड टू एक्सपेरिमेंट्स है। साइंस के एक एक्सपेरिमेंट के थ्रू आप समझ सकते हैं कर सकते हैं, तो एक ये रिलेटेड टू देयर एक्सपेरिमेंट्स, जिन्हें एक्सपेरिमेंट्स करोगे बच्चा उसी तरह साइंस समझ सकता है। उसी तरह हुण अपने की टॉपिक दे आप आइए तो व्यूज बारे, तो टॉपिक से रिलेटेड की प्रॉब्लम्स क्रिएट करनी पैंदी है टीचर्स नु एज वेल एज स्टूडेंट्स नु की फेस करना पैंदा जदों वो साइंस टीच करदे क्लासरूम दे विच। ठीक है, हुण आपां टीचिंग सब्जेक्ट है, आपां पीटेट सीटेट भी कर रहे हैं, इन फ्यूचर आपां नु भी की करना है टीच करना है, एक क्लास नु टीच करना है। जेडी प्रॉब्लम्स अपने नु हुण भी पता है मोस्टली सारे ट्यूशनस पढ़ाਉਂਦੇ होंगे कोचिंग सेंटर्स च होंगे बट ਉਹਨਾਂ ਨੂੰ प्रॉब्लम्स भी आंदियां होणगीਆਂ। ਤਾਂ ਉਸੇ ਤਰ੍ਹਾਂ ਕੀ ਹੁੰਦਾ ਹੈ ਜਦੋਂ ਆਪਾਂ ਸਕੂਲ ਦੇ ਵਿੱਚ ਗਵਰਨਮੈਂਟ ਜੌਬ ਲੱਗਦੇ ਨੇ ਸਾਰੇ ਲੱਗਣਗੇ ਤਾਂ ਉਹਨਾਂ ਨੂੰ ਗਵਰਨਮੈਂਟ ਜੌਬਸ ਲੱਗਦੇ ਆ ਤਾਂ ਉਦੋਂ ਵੀ ਆਪਣੇ ਬਹੁਤ ਆਏंगे। ਹੁਣ ਤਾਂ ਕਈ ਵਾਰ ਸੁਣਿਆ ਹੋਣਾ ਪਹਿਲਾਂ ਵਾਲੀ ਭੈਣ ਜੀਆਂ ਸਰਕਾਰੀ ਸਕੂਲ ਦੀਆਂ ਭੈਣ ਜੀਆਂ ठीक है काम घट करवाते हैं, नो दैट इज नॉट, वो बहुत कम करवाते हैं बट उन्होंने को रिसोर्सेज की कमी होती है, क्योंकि गवर्नमेंट्स इन्नी प्रोवाइड नहीं करते तो अपनी सैलरी ना कोई भी टीचर हो चाहे गवर्नमेंट हो चाहे प्राइवेट हो अपनी पॉकेट से विचों कोई भी अपना पैसा लगा के नहीं करेंगे रिसोर्सेज। तो इसे रिलेटेड आप हम देखेंगे कि किहड़ी प्रॉब्लम्स क्रिएट हो जाती है टीचर्स लिए। ओके, फर्स्ट आप देखा जाए तो पहला की होएगा टाइम। फर्स्टली पॉइंट की होएगा टाइम। और टाइम की शॉर्टेज देखनी होवे तो किवें देखांगे? अपना लेक्चर कितने दा हुंदा है 30 to 35 मिनट्स, राइट? इन्ना दा लेक्चर हुंदा मैक्सिमम इन्ने दा ही हुंदा 30 मिनट्स ही हुंदा, मैक्सिमम 40 स्टूडेंट्स 40 मिनट्स हुंदा। ਇਹਦੇ ਵਿੱਚੋਂ ਤੁਸੀਂ ਕਿੰਨੇ ਮਿੰਟਸ ਲਗਾਓਗੇ ਅਟੈਂਡੈਂਸ ਲਗਾਉਣ ਲਈ? 5 मिनट्स फॉर अटेंडेंस। अटेंडेंस लगा लो या फिर कमिंग, तुसी दूसरी क्लास तो आना भी है, कमिंग मतलब दोनों चो मैं 5 मिनट्स ही लगाए। ठीक है, रह गए ਤੁਹਾਡੇ ਕੋਲ 30 मिनट्स। 30 मिनट्स ਦੇ ਵਿੱਚ ਤੁਸੀਂ ਬੱਚਿਆਂ ਨੂੰ ਕੀ ਕਰੋਗੇ? ਇੱਕ ਤੁਸੀਂ ਕੀ ਪੜਾਓਗੇ? ਪਹਿਲਾਂ ਕਹੋਗੇ ਬੱਚੋ ਆਹ ਵਾਲਾ ਚੈਪਟਰ ਹੈ, ਦਿਸ ਇਜ਼ योर टेक्स्ट बुक। ठीक है, ਇਹਦੇ ਵਿੱਚ ਤੁਸੀਂ ਆਹ ਵਾਲਾ ਸਾਇੰਸ ਦਾ ਬੁੱਕ ਦਾ ਆਹ ਵਾਲਾ पेज नंबर पढ़ो, ਐਵੇਂ ਕਹਿੰਦੇ ਟੀਚਰਸ नॉर्मली कहते हैं रीड करो फिर मैं समझानी, या चलो बाय चांस ਤੁਹਾਡੀ टीचर बहुत ਵਧੀਆ ਤੁਹਾਨੂੰ ਉਹ ਸਮਝਾ ਵੀ ਦਿੰਦੀ ਹੈ बट ਕੀ ਉਹ एक्सपेरिमेंट करवा सकती है? क्योंकि कई बार बच्चे ਨੂੰ ਕੀ ਹੁੰਦਾ ਇੱਕ डेफिनेशन समझानी होवे, ਜ਼ਰੂਰੀ ਨਹੀਂ ਕਿ फर्स्ट टाइम ਜੀ ਹਰ क्लास ਨੂੰ समझ आ रही, नो इट इज नॉट पॉसिबल। ਕਿਸੇ ਬੱਚੇ ਨੂੰ ਕਿਸੇ ਨਾ ਕਿਸੇ ਬੱਚੇ ਨੂੰ डाउट ਹੁੰਦਾ ਹੈ ਤਾਂ ਉਹ डाउट्स क्लियर भी करते हैं, इट्स वेरी गुड हैबिट। ठीक है, डाउट क्लियर हो गया, ਹੁਣ एक्सपेरिमेंट ਲਈ टीचर ਤੁਹਾਡੇ ਲਈ ਕੁਝ ਲੈ ਕੇ ਆਈ ਹੈ भाई ਉਹਨਾਂ ਕੋਲ टाइम ही नहीं ਹੁੰਦਾ कि ਉਹ एक्सपेरिमेंट करा सकन, ਤਾਂ ਇਸ ਕਰਕੇ ਕੀ ਹੁੰਦਾ ਉਹਨਾਂ ਦੀ टाइम ਦੀ ਇੰਨੀ ਸ਼ਾਰਟੇਜ ਹੋ ਜਾਂਦੀ ਹੈ कि चलो ठीक है टीचर ने एक्सपेरिमेंट भी करा लिया बट यार सिलेबस एक टॉपिक ते ਉਹ ਵਿਚਾਰੇ टीचर भी की करे एक टॉपिक ਦਾ ਤੁਹਾਨੂੰ ਕੀ ਕਰਾ ਸਕਦੀ ਹੈ एक्सपेरिमेंट करा सकती है, 2 ਦਾ करा सकती है, 3 ਦਾ करा सकती है, किने करा सकती है? ਆਪਣੇ ਦੇ ਇੰਨੀਆਂ ਛੁੱਟੀਆਂ ਇੰਨੀਆਂ ਆ ਜਾਂਦੀਆਂ ਕਿ ਆਪਾਂ ਨੇ ਟੌਪਿਕ ਹੀ ਸਿਲੇਬਸ ਹੀ ਮੈਡਮ ਖਿੱਚ ਕੇ ਕਰਾਉਂਦੀ ਹੈ, ਫਿਰ ਤਾਂ ਉਹਦੇ ਨਾਲ ਕੀ ਹੁੰਦਾ ਸਿਲੇਬਸ ਹੀ ਨਹੀਂ ਕੰਪਲੀਟ ਹੁੰਦਾ। That is why time is a main big problem of teaching science in our daily life. Classroom ਦੇ ਵਿੱਚ ਜਦੋਂ ਤੁਸੀਂ मतलब कि साइंस पढ़ाने हो तो ये सब तो बड़ी एक प्रॉब्लम्स है। ओके, सेकंड अपना आ गया बिग क्लासरूम। बिग क्लासरूम
ਹੁੰਦੀ ਹੈ ਜਿਵੇਂ ਮਤਲਬ ਕਿ ਹੁਣ ਆਪਣੀ ਕਲਾਸ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤਾ ਸੀ 80 ਚਲੋ 80 ਵਿੱਚ ਛੱਡੋ 70 50 50 ਸਟੂਡੈਂਟਸ ਦੀ ਕਲਾਸ ਹੈ 50 ਸਟੂਡੈਂਟਸ ਦੇ ਵਿੱਚ ਤੁਸੀਂ ਉਹਨੂੰ ਇੱਕ ਇੱਕ ਬੈਲੂਨ ਫੜਾ ਦੋਗੇ ਸਾਰਿਆਂ ਨੂੰ 50 ਦੇ 50 ਕਿਵੇਂ ਕੰਮ ਕਰ ਲੈਣਗੇ ਨਹੀਂ ਹੋ ਸਕਦਾ ਐਕਸਪੈਰੀਮੈਂਟ ਕਰਾ ਰਹੇ ਹੋ ਜਾਂ ਉਹਨਾਂ ਨੂੰ ਪੜ੍ਹਾ ਰਹੇ ਹੋ ਜ਼ਰੂਰੀ ਨਹੀਂ ਕਿ 50 ਤੁਹਾਡੀ ਡੈਫੀਨੇਸ਼ਨਸ ਹਰ 50 ਦੇ ਬੱਚਿਆਂ ਨੂੰ ਸਮਝ ਆਵੇ ਇਟ ਇਜ਼ ਨਾਟ ਪੋਸੀਬਲ It is not possible because it is a large number of students. एक बच्चे वाल ध्यान दे सकते हो 2 वाल 10 15 20 टीचर्स की होता है टीचर आई टॉपिक बोलिया समझ आया तो ठीक है नहीं आया तो चले जाओ नो अपने की रूल होता है स्कूल से विच फर्स्ट से लेके 10th तक का मेनली कि बच्चे ਨੂੰ समझ आना चाहिए टीचर का एक काम होता है कि बच्चे ਨੂੰ समझ आवे जे बच्चे ਨੂੰ समझ आएगा इन फ्यूचर वही चीज करवा सकेगा ये गल होती है ਉਸੇ ਤਰ੍ਹਾਂ ਕੀ ਹੈ ਇੱਕ ਕਲਾਸਰੂਮ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਇੱਕ ਪ੍ਰੋਬਲਮ ਹੁੰਦੀ ਹੈ ਕਿ ਇੱਕ ਬਿਗ ਕਲਾਸਰੂਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਪੜ੍ਹਾਉਣ ਦੇ ਵਿੱਚ ਬੱਚਿਆਂ ਨੂੰ ਠੀਕ ਹੈ ਜੀ ਥਰਡ ਆਪਣਾ ਕੁਐਸਚਨ ਆ ਗਿਆ ਰਿਸੋਰਸਸ ਲੈਸ ਜਾਂ ਤੁਸੀਂ ਲਿਖ ਸਕਦੇ ਹੋ ਮਟੀਰੀਅਲ ਸ਼ਾਰਟੇਜ हाँ तुसी स्कूल च प्रिंसिपल नु कहो कि मैम ਅਸੀਂ आज एक्सपेरिमेंट कराना है मे बी इट इज एक्सपेंसिव ਹੁਣ ਤੁਸੀਂ ਮਾਈਕਰੋस्कोप करो कई अफोर्ड नहीं कर सकते स्कूल जरूरी नहीं कि हर स्कूल अफोर्ड कर सकते कई स्कूल नहीं अफोर्ड कर सकते ਤਾਂ ਤੁਸੀਂ ਉਹਨਾਂ ਨੂੰ ਕੀ ਕਹੋਗੇ ਕਿ ਤੁਸੀਂ ਸਾਨੂੰ ਲਿਆ ਕੇ ਦਿਓ ਨੋ ਦੇ ਕਾਂਟ ਬੀ ਤੁਸੀਂ ਚਲੋ ਠੀਕ ਹੈ ਆਪਣੀ ਪਾਕਟ ਮਨੀ ਚੋਂ ਇੱਕ ਚੀਜ਼ ਲਿਆ ਕੇ ਦੂਜੀ ਲਿਆ ਕੇ ਤੀਜੀ ਲਿਆ ਕਿੰਨੇ ਲਿਆਉਂਗੇ ਨੋ ਨਾ ਬਟ ਕਈ ਐਵੇਂ ਦੀ ਵੀ ਚੀਜ਼ਾਂ ਹੁੰਦੀਆਂ ਚਲੋ ਪਾਕਟ ਵਾਲੀ ਵੀ ਛੱਡੋ ਕਈ ਐਜੀਆਂ ਵੀ ਚੀਜ਼ਾਂ ਹੁੰਦੀਆਂ ਜਿਹੜੀ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੁੰਦੀਆਂ ਉਹਨਾਂ ਨੂੰ ਮੰਥ 2 ਮੰਥ ਲੱਗ ਜਾਂਦੇ ਉਨੀ ਦੇਰ ਚ ਤਾਂ ਬੱਚੇ ਦਾ ਕਿੰਨਾ ਸਿਲੇਬਸ ਕੰਪਲੀਟ ਹੋ ਜਾਂਦਾ that is also a problem of material and shortage of material fourth आ गया lack of time we have done teacher training ਟੀਚਰ ਟ੍ਰੇਨਿੰਗ ਦੇ ਵਿੱਚ ਕੀ ਹੁੰਦਾ ਹੈ ਜਦੋਂ ਟੀਚਰ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਈ ਵਾਰ ਹੁੰਦਾ ਟੀਪੀ ਲੱਗ ਗਈ ਸਾਡੇ ਜੀ ਠੀਕ ਹੈ ਬਟ ਉਹਨਾਂ ਨੂੰ ਉਹਨਾਂ ਪ੍ਰੋਪਰਲੀ ਪੜ੍ਹਾਇਆ ਨਹੀਂ ਜਾਂਦਾ ਪੇਪਰ ਵੀ ਕਲੀਅਰ ਹੋ ਗਿਆ ਚਲੋ ਠੀਕ ਹੈ ਸਭ ਕੁਝ ਹੋਵੇ ਬਟ ਟੀਚਰ ਦੇ ਕੀ ਹੁੰਦੇ ਆ ਉਸ ਟੌਪਿਕ ਤੇ ਕਮਾਂਡ ਨਹੀਂ ਹੁੰਦੀ ਸਬਜੈਕਟ ਤੇ ਕਮਾਂਡ ਨਹੀਂ ਹੁੰਦੀ ਜਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਇਨ ਸੋਲਵਿੰਗ ਦਾ ਕੁਐਸਚਨਸ ਮਤਲਬ ਕਿ ਠੀਕ ਹੈ ਡਾਊਟ ਆ ਗਿਆ ਕੋਈ ਬੱਚੇ ਦਾ ਤਾਂ ਉਹ ਕਨਫਿਊਜ਼ ਹੋ ਜਾਂਦੇ ਕਈ ਵਾਰ ਤਾਂ ਇਹਦੇ ਲਈ टीचर साइंस पढ़ाने ਲਈ एक ट्रेन टीचर ही चाहिए ताकि बच्चा ਨੂੰ बहुत प्रॉपर्ली समझ आ सके ओके नेक्स्ट इज सब्जेक्ट मैटर इन टेक्स्ट बुक अपनी हुन बुक्स ਦੇ ਵਿੱਚ ਕੀ ਹੁੰਦਾ ਕਈ ਵਾਰ एनसीईआरटी ਦੀ बुक्स ठीक है ਆਪਾਂ फॉलो ਕਰਦੇ ਹਾਂ नो डाउट बट ਉਹਨਾਂ ਦੇ ਵਿੱਚ ਥੋੜਾ ਜਿਹਾ ਘੱਟ ਕੁਐਸਚਨ ਦਿੱਤਾ ਜਾਂਦਾ ਹੈ ਡਿਸਕ੍ਰਾਈਬ ਮਤਲਬ ਕਿ ਉਹਨਾਂ ਨੇ ਮੇਨ ਡੈਫੀਨੇਸ਼ਨ ਲਿਖੀ ਹੁੰਦੀ ਹੈ ਪ੍ਰੋਪਰਲੀ ਨਹੀਂ ਹੁੰਦੀ ਜਾਂ ਕੋਈ ਹੋਰ ਵੀ ਟੈਕਸਟ ਬੁੱਕਸ ਆਫ ਤੁਸੀਂ ਕਰਦੇ ਹੋ ਫੋਲੋ ਕਈ ਵਾਰ ਹੁੰਦੇ ਉਹਨਾਂ ਦੇ ਵਿੱਚ ਐਕਸੈਸ ਦੇ ਵਿੱਚ ਨਹੀਂ ਲਿਖਿਆ ਹੁੰਦਾ ਆਪਣੇ ਟੀਚਰਸ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਤਾਂ ਬੱਚੇ ਕੀ ਕਰਦੇ ਆ ਕ੍ਰੈਮਿੰਗ ਕਰਦੇ ਆ ਉਹਨੂੰ ਸਮਝਦੇ ਨਹੀਂ ਕ੍ਰੈਮਿੰਗ ਕਰਦੇ ਕਿ ਡੈਫੀਨੇਸ਼ਨ ਇੱਥੇ ਛੋਟੀ ਹੈ ਇੱਥੇ ਵੱਡੀ ਹੈ ਮਤਲਬ ਇਹ ਛੋਟੀ ਡੈਫੀਨੇਸ਼ਨਸ ਕਰੀਏ ਇਸੇ ਰਿਲੇਟਡ ਵੀ ਸਾਇੰਸ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਇਹ ਆਪਣੇ 5 ਮੇਨ ਪ੍ਰੋਬਲਮ ਸੀ ਜਿਹੜੇ ਆਪਾਂ ਫੇਸ ਕਰਦੇ हैं जो ਆਪਾਂ ਸਾਇੰਸ ਪੜ੍ਹਾਉਂਦੇ ਹਾਂ ਹੁਣ ਇਹਦੇ ਸੌਰੀ ਇਹਨਾਂ ਦੇ ਰਿਲੇਟਡ ਜਿਨ੍ਹਾਂ ਨੂੰ ਵੀ ਕੋਈ ਐਮਸੀਕਿਊਜ਼ ਚਾਹੀਦੇ ਹੈ ਜਾਂ ਆਨਲਾਈਨ ਕਲਾਸਿਸ ਤੁਸੀਂ ਲੈਣੀ ਹੈ ਤਾਂ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਲਿਖ ਸਕਦੇ ਹੋ ਵੀ ਵਿਲ ਟੈਲ ਦਾ ਪ੍ਰੋਸੀਜਰ ਓਕੇ ਤੇ ਜਿਨ੍ਹਾਂ ਨੇ ਮਤਲਬ ਕਿ ਵੀਡੀਓਜ਼ ਪਸੰਦ ਆਉਂਦੀਆਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ अब लास्ट टॉपिक पर चलिए कि ਹੁਣ ਆਪਣੇ ਨੂੰ ਠੀਕ ਹੈ ਆਪ ਆਪਣੀਆਂ ਸੀ ਪ੍ਰੋਬਲਮਸ ਹੁਣ ਇਹਦੇ ਸੋਲੂਸ਼ਨਸ ਕੀ ਹੋਣਗੇ ਸੋਲੂਸ਼ਨਸ ਕੀ ਹੋਣਗੇ ਇਹਦੇ ਵਿੱਚ ਆਪਣੇ ਨੂੰ ਆਪਾਂ ਸਾਰਾ ਕੁਝ ਹੁਣੇ ਕਰ ਚੁੱਕੇ ਹਾਂ ਵੈਸੇ ਮੈਂ ਨਾਲ ਦੇ ਨਾਲ ਡਿਸਕ੍ਰਾਈਬ ਕਰ ਚੁੱਕੀ ਹਾਂ ਬਟ ਫਿਰ ਵੀ ਸੋਲੂਸ਼ਨ ਦੇ ਵਿੱਚ ਕੀ ਹੋਊਗਾ ਸੋਲੂਸ਼ਨਸ ਰਿਲੇਟਡ ਟੂ ਟੌਪਿਕਸ ਪਹਿਲਾ ਤਾਂ ਜਿਹੜਾ ਟਾਈਮ ਦੀ ਸ਼ਾਰਟੇਜ ਹੈ गवर्नमेंट ਨੂੰ ਕੀ ਕਰਨਾ ਚਾਹੀਦਾ ਹੈ ਜਾਂ ਮਤਲਬ ਕਿ ਥੋੜਾ ਜਿਹਾ ਕੁਐਸਚਨ ਥੋੜਾ ਸਿਲੇਬਸ ਘੱਟ ਕਰਨਾ ਚਾਹੀਦਾ ਹੈ ਐਕਸਪੈਰੀਮੈਂਟਲੀ ਆਪਾਂ ਸ਼ੋ ਕਰ ਸਕੀਏ ਜਿੰਨਾ ਰੀਅਲ ਲਾਈਫ ਦੇ ਰਿਲੇਟਡ ਹੈ ਉਨਾ ਹੀ ਦੇ ਕਿਉਂਕਿ ਤੁਹਾਡਾ ਸਿਲੇਬਸ ਵੀ ਕੰਪਲੀਟ ਤੇ ਹੋ ਜੇ ਤੇ ਸਾਇੰਸ ਦੇ ਲੈਕਚਰ ਜੇ ਤੁਸੀਂ ਕਲਾਸਰੂਮ ਨੂੰ 2 ਦੇ ਰਹੇ ਹੋ ਤਾਂ ਪਲੀਜ਼ ਕੰਟੀਨਿਊਸ ਲੈਕਚਰ ਹੀ ਦੇਣ ਕਿਉਂਕਿ ਕੰਟੀਨਿਊਸ ਨਾਲ ਕੀ ਹੁੰਦਾ ਹੈ ਇੱਕ ਫਲੋ ਬਣਿਆ ਰਹਿੰਦਾ ਹੈ ਟੀਚਰ ਦਾ ਵੀ ਐਸ ਵੈਲ ਐਸ ਸਟੂਡੈਂਟਸ ਦਾ ਵੀ ਸੈਕੰਡਲੀ ਕੀ ਆਉਂਦਾ ਹੈ ਕਿ ਜਦੋਂ ਮਤਲਬ ਕਿ ਆਬਜੈਕਟਸ ਦੀ ਗੱਲ ਆਉਂਦੀ ਹੈ ਜਾਂ ਰਿਸੋਰਸਸ ਦੀ
ਤਾਂ ਟੀਚਰ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਆਪਾਂ ਮਤਲਬ ਕਿ ਹਾਂ ਪੈਸੇ ਲਾ ਕੇ ਹੀ ਲੈ ਕੇ ਆਣੇ ਆ। ਇੱਕ ਈਜ਼ੀ ਮੈਥਡ ਹੁੰਦਾ ਜੇ ਮੋਸ਼ਨ ਵਗੈਰਾ ਜਾਂ ਕੋਈ ਹੋਰ ਚੀਜ਼ ਡਿਸਕ੍ਰਾਈਬ ਕਰਨੀ ਹੈ, ਕੋਸ਼ਿਸ਼ ਕਰਨ ਟੀਚਰਸ ਵੀ ਕਿ ਉਹ ਰੀਅਲ ਲਾਈਫ ਦੇ ਵਿੱਚ ਜਾਂ ਕਲਾਸਰੂਮ ਦੇ ਵਿੱਚ ਹੀ ਐਗਜ਼ਾਮਪਲਸ ਦਿੱਤੀਆਂ ਜਾਣ, ਜਾਂ ਕੁਝ ਛੋਟਾ ਜਾਂ ਜਿਹੜਾ ਬਜਟ ਦੇ ਵਿੱਚ ਹੋਵੇ। ਰਿਸੋਰਸਿਸ ਕਈ ਹੁੰਦੇ ਆ ਜਿਹੜੇ ਆਪਣੀ ਯੂਨੀਵਰਸਿਟੀ ਮਤਲਬ ਕਿ ਹੁੰਦੇ ਹੀ ਨਹੀਂ, ਠੀਕ ਹੈ, ਉਹਨਾਂ ਨੂੰ ਵੱਲ ਉਹ ਥੋੜਾ ਜਿਹਾ ਟੌਪਿਕ ਉਹਨਾਂ ਨੂੰ ਡਿਟੇਲ ਦੇ ਵਿੱਚ ਕਰਵਾਇਆ ਜਾਵੇ। ਥਰਡ ਆ ਗਿਆ ਸਾਈਜ਼ ਦੀ ਪ੍ਰੋਬਲਮ, ਬਿਗ ਸਾਈਜ਼ ਦੀ ਪ੍ਰੋਬਲਮ ਸੀ ਆਪਣੇ ਨੂੰ, ਤਾਂ ਇਹਨਾਂ ਨੂੰ ਪ੍ਰਿੰਸੀਪਲਸ ਨੂੰ ਜਾਂ ਸਕੂਲਸ ਵਾਲਿਆਂ ਨੂੰ ਕਲਾਸ ਦਾ ਥੋੜਾ ਜਿਹਾ ਸ਼ਾਰਟੇਜ ਕਰਨਾ ਚਾਹੀਦਾ, ਅਬਵ ਮਤਲਬ ਕਿ 30 to 40 ਸਟੂਡੈਂਟਸ ਹੋਣੇ ਚਾਹੀਦੇ ਆ ਤਾਂ ਕਿ ਈਜ਼ੀਲੀ ਟੀਚਰ ਵੀ ਮੈਨੇਜ ਕਰ ਸਕੇ। ਓਕੇ, ਇਹ ਸਾਰੀਆਂ ਕੀ ਸੀ ਆਪਣੀ ਸੋਲੂਸ਼ਨ ਸੀ ਜਿਹੜੇ ਕਿ ਰਿਲੇਟਡ ਕੀ ਸੀ ਟੀਚਿੰਗ ਆਫ ਸਾਇੰਸ ਇਨ ਦਾ ਸਟਰੀਮ। ਠੀਕ ਹੈ, ਇਹਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੋਵੇ ਜਾਂ ਕੋਈ ਟੌਪਿਕਸ ਮਤਲਬ ਕਿ ਦੁਬਾਰਾ ਐਕਸਪਲੇਨ ਜਾਂ ਕੋਈ ਪ੍ਰੋਬਲਮ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। ਥੈਂਕ ਯੂ।